सत श्री अकाल सारिਆਂ ਨੂੰ प्यारे विद्यार्थियों, स्वागत है ਤੁਹਾਡਾ ਅੱਜ ਦੇ ਲੈਕਚਰ ਵਿੱਚ। ਅੱਜ ਅਸੀਂ ਕਰਨ ਜਾ ਰਹੇ ਹਾਂ ਧਰਮ ਸੁਧਾਰ ਅੰਦੋਲਨ। ਧਰਮ ਸੁਧਾਰ ਅੰਦੋਲਨ ਤੋਂ ਕੀ ਭਾਵ ਹੈ, ਉਸ ਦੀ ਹਿਸਟੋਰੀਕਲ ਬੈਕਗਰਾਉਂਡ ਤੇ ਧਰਮ ਸੁਧਾਰ ਅੰਦੋਲਨ ਦੇ ਉਦੇਸ਼ ਕੀ ਸੀਗੇ। ਧਰਮ ਸੁਧਾਰ ਅੰਦੋਲਨ 16ਵੀਂ ਸਦੀ ਦੇ ਵਿੱਚ ਚੱਲਣ ਵਾਲਾ ਇੱਕ ਐਸਾ ਅੰਦੋਲਨ ਸੀ ਜਿਸ ਨੇ ਈਸਾਈ ਧਰਮ ਦੇ ਵਿੱਚ ਜਿੰਨੀਆਂ ਵੀ ਬੁਰਾਈਆਂ ਆ ਗਈਆਂ ਸੀਗੀਆਂ ਉਹਨਾਂ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਈਸਾਈ ਧਰਮ ਨੂੰ ਦੁਬਾਰਾ ਤੋਂ ਬਾਈਬਲ ਦੇ ਨਿਯਮਾਂ ਅਨੁਸਾਰ ਨੈਤਿਕ ਤੇ ਸਿਧਾਂਤਕ ਪੱਖ ਤੋਂ ਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਅੰਦੋਲਨ ਕਿਸੇ ਇੱਕ ਵਿਸ਼ੇ ਤੱਕ ਸੀਮਿਤ ਨਹੀਂ ਸੀ, ਫਿਰ ਵੀ ਇਸ ਦਾ ਮੁੱਖ ਮੰਤਵ ਇਹ ਸੀ ਚਰਚ ਦੀਆਂ ਬੁਰਾਈਆਂ ਦਾ ਵਿਰੋਧ ਕਰਨਾ ਅਤੇ ਧਰਮ ਦਰਸ਼ਨ ਦੇ ਉੱਤੇ ਦੁਬਾਰਾ ਤੋਂ ਵਿਚਾਰ ਕਰਨਾ। ਭਾਵੇਂ ਕਿ ਚਰਚ ਵਿੱਚ ਸੁਧਾਰਾਂ ਦੀ ਆਵਾਜ਼ 14ਵੀਂ ਸਦੀ ਤੋਂ ਉਠਾਈ ਜਾ ਰਹੀ ਸੀ, ਜੌਨ ਵਾਈਕਲਿਫ, ਜੌਨ ਹਸੇ ਅਤੇ ਇਰਾਸਮਜ਼ਾਦੀ ਵਿਚਾਰਕਾਂ ਨੇ ਚਰਚ ਵਿੱਚ ਜਿੰਨੀਆਂ ਵੀ ਬੁਰਾਈਆਂ ਆ ਗਈਆਂ ਸੀ ਉਹਨਾਂ ਨੂੰ ਦੂਰ ਕਰਨ ਵਾਸਤੇ ਬਹੁਤ ਸਾਰੇ ਯਤਨ ਕੀਤੇ। ਫਿਰ ਵੀ ਧਾਰਮਿਕ ਕ੍ਰਾਂਤੀ ਦਾ ਧਮਾਕਾ 16ਵੀਂ ਸਦੀ ਦੇ ਵਿੱਚ ਹੀ ਹੋਇਆ। ਇਸ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਜਿਨ੍ਹਾਂ ਵਿਦਵਾਨਾਂ ਨੇ ਯੋਗਦਾਨ ਪਾਇਆ ਉਹਨਾਂ ਦੇ ਨਾਮ ਸੀ ਮਾਰਟਿਨ ਲੂਥਰ, ਜ਼ਵਿੰਗਲੀ, ਕਾਲਵਿਨ, ਜਿਨ੍ਹਾਂ ਨੇ ਧਰਮ ਸੁਧਾਰ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ। ਹੁਣ ਆਪਾਂ ਦੇਖਦੇ ਹਾਂ ਸਮੁੱਚਾ ਯੂਰਪ ਮਹਾਂਦੀਪ। ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ 7 ਮਹਾਂਦੀਪ ਆ, ਜਿਨ੍ਹਾਂ ਦੇ ਵਿੱਚੋਂ ਆਪਾਂ ਯੂਰਪ ਮਹਾਂਦੀਪ ਦੇਖਣ ਲੱਗੇ ਹਾਂ। ਹੁਣ ਇਹ ਹੈ ਸਾਰਾ ਯੂਰਪ ਮਹਾਂਦੀਪ, ਜਿਹਦੇ ਵਿੱਚ ਅਲੱਗ-ਅਲੱਗ ਦੇਸ਼ ਨੇ, ਫਰਾਂਸ, ਸਵੀਡਨ, ਸਪੇਨ, ਇਟਲੀ, ਫਿਨਲੈਂਡ। ਹੁਣ ਇਹਦੇ ਵਿੱਚ ਮੇਨ ਸਮਝਣ ਵਾਲੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਇੰਡੀਆ ਦੇ ਵਿੱਚ ਵੱਖ-ਵੱਖ ਧਰਮਾਂ ਬਾਰੇ ਜਾਣਦੇ ਹੋ ਨਾ, ਹਿੰਦੂ ਧਰਮ, ਸਿੱਖ ਧਰਮ, ਇਸਲਾਮ ਧਰਮ, ਆਪਾਂ ਇਹਨਾਂ ਧਰਮਾਂ ਬਾਰੇ ਸੁਣਿਆ, ਪਰ ਆਪਣੇ ਭਾਰਤ ਦੇ ਵਿੱਚ ਈਸਾਈ ਧਰਮ ਦੇ ਲੋਕ ਬਹੁਤ ਘੱਟ ਰਹਿੰਦੇ ਆ। ਲੇਕਿਨ ਯੂਰਪ ਮਹਾਂਦੀਪ ਐਸਾ ਮਹਾਂਦੀਪ ਆ ਜਿੱਥੇ ਕਿ ਈਸਾਈ ਧਰਮ ਦੇ ਲੋਕ ਜਿਹੜੇ ਹੀ ਉਹ ਜ਼ਿਆਦਾ ਰਹਿੰਦੇ ਆ, ਦੂਸਰੇ ਧਰਮਾਂ ਦੇ ਲੋਕ ਆ ਜਿਹੜੇ ਬਹੁਤ ਘੱਟ ਰਹਿੰਦੇ ਆ। ਸਮੁੱਚੇ ਯੂਰਪ ਮਹਾਂਦੀਪ ਦੇ ਲੋਕ 13ਵੀਂ 14ਵੀਂ ਸਦੀ ਦੇ ਵਿੱਚ ਈਸਾਈ ਧਰਮ ਨੂੰ ਹੀ ਮੰਨਣ ਵਾਲੇ ਸੀ। ਲੇਕਿਨ ਉਸ ਸਮੇਂ ਵੀ ਈਸਾਈ ਧਰਮ ਦੀਆਂ 2 ਸ਼ਾਖਾਵਾਂ ਸੀਗੀਆਂ। ਇੱਕ ਈਸਾਈ ਧਰਮ ਜਿਹੜਾ ਸੀ ਉਸ ਨੂੰ ਗ੍ਰੀਕ ਆਰਥੋਡਾਕਸ ਚਰਚ ਕਿਹਾ ਜਾਂਦਾ ਸੀ। ਪੂਰਬੀ ਯੂਰਪ ਦੇ ਵਿੱਚ ਜਿੰਨੇ ਵੀ ਮੁਲਕ ਸੀਗੇ, ਮਤਲਬ ਕਿ ਯੂਰਪ ਦਾ ਜਿਹੜਾ ਯੂਰਪ ਮਹਾਂਦੀਪ ਦਾ ਪੂਰਬੀ ਹਿੱਸਾ, ਉਹਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਸੀਗੇ ਉਹ ਸਾਰੇ ਗ੍ਰੀਕ ਆਰਥੋਡਾਕਸ ਚਰਚ ਨੂੰ ਫੋਲੋ ਕਰਦੇ ਸੀਗੇ। ਅਤੇ ਇਹਨਾਂ ਦਾ ਮੇਨ ਸੈਂਟਰ ਜਿਹੜਾ ਸੀ, ਮੇਨ ਧਾਰਮਿਕ ਸਥਾਨ ਸੀ, ਉਹ ਕੁਸਤੁਨਤੁਨੀਆ ਸੀਗਾ। ਦੂਸਰੀ ਈਸਾਈ ਧਰਮ ਦੀ ਸ਼ਾਖਾ ਸੀਗੀ ਰੋਮਨ ਕੈਥੋਲਿਕ ਚਰਚ। ਪੱਛਮੀ ਯੂਰਪ ਦੇ ਵਿੱਚ, ਯੂਰਪ ਮਹਾਂਦੀਪ ਦੇ ਵਿੱਚ ਜਿੰਨੇ ਵੀ ਮੁਲਕ ਸੀਗੇ ਇਹ ਸਾਰੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਬਿਲੀਵ ਕਰਦੇ ਸੀਗੇ ਅਤੇ ਇਹਨਾਂ ਦਾ ਸੈਂਟਰ ਹੈ ਜਿਹੜਾ ਉਹ ਰੋਮ ਸੀਗਾ। ਰੋਮ ਹੈ ਜਿਹੜਾ ਉਹ ਇਟਲੀ ਦੀ ਰਾਜਧਾਨੀ ਹੈ ਇਸ ਸਮੇਂ। ਹੁਣ ਆਪਾਂ ਪੂਰਬੀ ਯੂਰਪ ਦੇ ਦੇਸ਼ ਦੇਖਦੇ ਹਾਂ, ਇਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ, ਜਿਵੇਂ ਇਥੋਨੀਆ, ਲਾਟਵੀਆ, ਲਿਥੂਆਨੀਆ, ਬੇਲਾਰੂਸ, ਪੋਲੈਂਡ, ਯੂਕਰੇਨ, ਕਜ਼ੈਕ ਰਿਪਬਲਿਕ ਹੈ ਨਾ, ਸਲੋਵਾਕੀਆ, ਹੰਗਰੀ, ਰੋਮਾਨੀਆ, ਸਰਬੀਆ, ਬੁਲਗਾਰੀਆ। ਇਹ ਪੂਰਬੀ ਯੂਰਪ ਮਹਾਂਦੀਪ ਦੇ ਜਿੰਨੇ ਵੀ ਮੁਲਕ ਸੀਗੇ ਸਾਰੇ ਹੀ ਇਹ ਕਿਹੜੀ ਚਰਚ ਨੂੰ ਫੋਲੋ ਕਰਦੇ ਸੀ, ਗ੍ਰੀਕ ਆਰਥੋਡਾਕਸ ਚਰਚ ਨੂੰ ਮੰਨਣ ਵਾਲੇ ਈਸਾਈ ਸੀਗੇ। ਇਹਨਾਂ ਦੀ ਚਰਚ ਇਹ ਵੱਖਰੀ ਸੀ, ਇਹ ਸਾਰੇ ਇਸੇ ਚਰਚ ਵਿੱਚ ਯਕੀਨ ਕਰਦੇ ਸੀਗੇ, ਇਹਨੂੰ ਫੋਲੋ ਕਰਦੇ ਸੀਗੇ, ਇਹਦੇ ਨਿਯਮਾਂ ਨੂੰ। ਅਤੇ ਹੁਣ ਆਪਾਂ ਦੇਖਦੇ ਹਾਂ ਪੱਛਮੀ ਯੂਰਪ ਦੇ ਵਿੱਚ ਕਿਹੜੇ ਕਿਹੜੇ ਦੇਸ਼ ਸੀਗੇ। ਪੱਛਮੀ ਯੂਰਪ ਦੇ ਵਿੱਚ ਆ ਗਿਆ ਸਵੀਡਨ, ਫਿਨਲੈਂਡ, ਨਾਰਵੇ, ਡੈਨਮਾਰਕ, ਜਰਮਨੀ ਹੋ ਗਿਆ, ਆਸਟਰੀਆ, ਇਟਲੀ, ਫਰਾਂਸ, ਸਵੀਡਨ, ਸਪੇਨ। ਇਹ ਸਾਰੇ ਪੱਛਮੀ ਯੂਰਪ ਮਹਾਂਦੀਪ ਦੇ ਜਿੰਨੇ ਵੀ ਦੇਸ਼ ਸੀਗੇ ਇਹ ਸਾਰੇ ਰੋਮਨ ਕੈਥੋਲਿਕ ਚਰਚ ਨੂੰ ਮੰਨਣ ਵਾਲੇ ਮੁਲਕ ਸੀਗੇ। ਸਾਰੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਬਿਲੀਵ ਕਰਦੇ ਸੀਗੇ ਅਤੇ ਰੋਮ ਇਹਨਾਂ ਦਾ ਸੈਂਟਰ ਹੁੰਦਾ ਸੀਗਾ। ਲੇਕਿਨ ਇੱਕ ਸਮਾਂ ਆਇਆ ਜਦੋਂ ਗ੍ਰੀਕ ਆਰਥੋਡਾਕਸ ਚਰਚ ਦਾ ਮਹੱਤਵ ਕਾਫੀ ਘੱਟ ਗਿਆ। ਅਤੇ ਆਪਾਂ ਪਹਿਲਾਂ ਵੀ 1-2 ਕੁਐਸਚਨਸ ਦੇ ਵਿੱਚ ਪੜ੍ਹਿਆ ਕਿ 1453 ਦੇ ਵਿੱਚ ਤੁਰਕਾਂ ਨੇ ਕੁਸਤੁਨਤੁਨੀਆ, ਜਿਹੜਾ ਕਿ ਪੂਰਬੀ ਯੂਰਪ ਮਹਾਂਦੀਪ ਦਾ ਮੇਨ ਕੇਂਦਰ ਹੁੰਦਾ ਸੀਗਾ, ਉਹਨਾਂ ਦੀ ਰੋਮਨ ਚਰਚ ਦਾ, ਗ੍ਰੀਕ ਆਰਥੋਡਾਕਸ ਚਰਚ ਦਾ ਮੇਨ ਕੇਂਦਰ ਕੁਸਤੁਨਤੁਨੀਆ ਸੀਗਾ। ਤੁਰਕਾਂ ਨੇ 1453 ਵਿੱਚ ਉਸ 'ਤੇ ਕਬਜ਼ਾ ਕਰ ਲਿਆ ਸੀ, ਜਿਸ ਕਰਕੇ ਇਹਨਾਂ ਤੁਰਕਾਂ ਨੇ ਪੂਰਬੀ ਯੂਰਪ ਦੇ ਬਹੁਤ ਸਾਰੇ ਹੋਰ ਇਲਾਕਿਆਂ ਦੇ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ, ਜਿਸ ਕਰਕੇ ਗ੍ਰੀਕ ਆਰਥੋਡਾਕਸ ਚਰਚ ਦਾ ਮਹੱਤਵ ਬਹੁਤ ਜ਼ਿਆਦਾ ਘਟ ਗਿਆ। ਜਦੋਂ ਗ੍ਰੀਕ ਆਰਥੋਡਾਕਸ ਚਰਚ ਦਾ ਮਹੱਤਵ ਘਟ ਗਿਆ ਤਾਂ ਉਸ ਤੋਂ ਬਾਅਦ ਲੇਕਿਨ ਰੋਮਨ ਕੈਥੋਲਿਕ ਚਰਚ ਦੀ ਸ਼ਕਤੀ, ਉਸ ਦੀ ਮਹੱਤਤਾ ਬਿਲਕੁਲ ਉਸੇ ਤਰ੍ਹਾਂ ਬਣੀ ਰਹੀ, ਕਿਉਂਕਿ ਉਹਨੂੰ ਤਾਂ ਕੋਈ ਖਤਰਾ ਨਹੀਂ ਸੀ ਹਮਲੇ ਦਾ।
ਸੋ 16ਵੀਂ ਸਦੀ ਦਾ ਜਿਹੜਾ ਧਰਮ ਸੁਧਾਰ ਅੰਦੋਲਨ ਚੱਲਿਆ ਸੀ ਉਹ ਮੁੱਖ ਤੌਰ 'ਤੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਜਿਹੜੀਆਂ ਬੁਰਾਈਆਂ ਆ ਗਈਆਂ ਸੀ ਅਤੇ ਉਸ ਦਾ ਜਿਹੜਾ ਮੇਨ ਮੁਖੀ ਹੁੰਦਾ ਸੀ, ਜਿਸ ਨੂੰ ਪੋਪ ਕਿਹਾ ਜਾਂਦਾ ਸੀ, ਉਸ ਦੇ ਵਿਰੁੱਧ ਹੀ ਵਿਦਰੋਹ ਸੀਗਾ ਇਹ ਧਰਮ ਸੁਧਾਰ ਅੰਦੋਲਨ। ਹਾਲੇ ਤੱਕ ਆਪਾਂ ਚਰਚ ਬਾਰੇ ਪੜ੍ਹਿਆ ਕਿ ਚਰਚ ਇਸ ਤਰ੍ਹਾਂ ਸੀ, ਚਰਚ ਦੇ ਵਿੱਚ ਬੁਰਾਈਆਂ ਆ ਗਈਆਂ ਸੀ ਜਾਂ ਧਰਮ ਸੁਧਾਰ ਅੰਦੋਲਨ ਚਰਚ ਦੇ ਵਿਰੁੱਧ ਚੱਲਿਆ ਸੀ, ਲੇਕਿਨ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਚਰਚ ਕਹਿੰਦੇ ਕਿਹਨੂੰ ਆ। ਜਿਵੇਂ ਆਪਾਂ ਨੂੰ ਪਤਾ ਕਿ ਭਾਰਤ ਦੇ ਵਿੱਚ ਸਿੱਖ ਲੋਕ ਜਿਹੜੇ ਆ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂਦੇ ਆ, ਹਿੰਦੂ ਲੋਕ ਮੰਦਰਾਂ ਦੇ ਵਿੱਚ ਜਾਂਦੇ ਆ, ਅਤੇ ਇਸਲਾਮ ਧਰਮ ਦੇ ਲੋਕ ਜਿਹੜੇ ਉਹ ਮਸਜਿਦਾਂ ਦੇ ਵਿੱਚ ਜਾਂਦੇ ਆ। ਇਵੇਂ ਹੀ ਜਿਹੜੇ ਈਸਾਈ ਧਰਮ ਦੇ ਲੋਕ ਆ ਉਹ ਚਰਚ ਦੇ ਵਿੱਚ ਯਕੀਨ ਕਰਦੇ ਆ, ਚਰਚਿਜ਼ ਵਿੱਚ ਜਾਂਦੇ ਆ। ਲੇਕਿਨ ਰੋਮਨ ਕੈਥੋਲਿਕ ਚਰਚ ਦਾ ਜਿਹੜਾ ਮੇਨ ਇਹਨਾਂ ਦੀ ਇੱਕ ਚਰਚ ਹੁੰਦੀ ਸੀ, ਮੇਨ ਸੈਂਟਰ ਸੀ, ਜਿੱਥੋਂ ਬਾਕੀ ਸਾਰੇ ਚਰਚਿਜ਼ ਜਿਹੜੇ ਸੀ ਉਹਨਾਂ ਰੂਲਸ ਨੂੰ ਫੋਲੋ ਕਰਦੇ ਸੀ, ਉਹ ਰੋਮ ਦੇ ਵਿੱਚ ਹੁੰਦੀ ਸੀ। ਸਪੈਸ਼ਲੀ ਰੋਮਨ ਕੈਥੋਲਿਕ ਚਰਚ ਦੀ ਜਿੰਨੇ ਵੀ ਮਤਲਬ ਕਿ ਪੱਛਮੀ ਯੂਰਪ ਦੇ ਵਿੱਚ ਜਿੰਨੀਆਂ ਵੀ ਚਰਚਿਜ਼ ਹੁੰਦੀਆਂ ਸੀ ਵੱਖ-ਵੱਖ ਦੇਸ਼ਾਂ ਦੇ ਵਿੱਚ, ਉਹਨਾਂ ਦੇ ਚਰਚਾਂ ਦੇ ਵਿੱਚ ਜਿਹੜੇ ਰੂਲ ਫੋਲੋ ਕੀਤੇ ਜਾਂਦੇ ਸੀ ਉਹ ਰੋਮ ਦੇ ਵਿੱਚ ਜਿਹੜੀ ਚਰਚ ਹੁੰਦੀ ਸੀ ਉਹਦੇ ਅਕੋਰਡਿੰਗ ਫੋਲੋ ਕੀਤੇ ਜਾਂਦੇ ਸੀਗੇ। ਸੋ ਹੈਪਸਨ ਦਾ ਕਹਿਣਾ ਕਿ ਮੱਧਕਾਲੀਨ ਯੁੱਗ ਵਿੱਚ ਚਰਚ ਇੱਕ ਅਰਧ ਸੁਤੰਤਰ ਸੰਸਥਾ ਸੀ। ਮਤਲਬ ਕਿ ਜਦੋਂ ਯੂਰਪ ਮਹਾਂਦੀਪ ਦੇ ਵਿੱਚ ਮੱਧਕਾਲ ਚੱਲ ਰਿਹਾ ਸੀ ਉਸ ਵੇਲੇ ਚਰਚ ਜਿਹੜੀ ਸੀ ਉਹ ਲਗਭਗ ਅੱਧੇ ਤੌਰ 'ਤੇ ਸੁਤੰਤਰ ਸੀ, ਲੇਕਿਨ ਇਹ ਆਮ ਲੋਕਾਂ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਜੀਵਨ ਦੇ ਹਰ ਇੱਕ ਪਹਿਲੂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਛਾਈ ਹੋਈ ਸੀਗੀ ਅਤੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਸੀਗੀ। ਇੱਥੋਂ ਤੱਕ ਕਿ ਜਿਵੇਂ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਉਹਦੇ ਮੌਤ ਤੱਕ ਚਰਚ ਦਾ ਉਹਦੇ ਉੱਤੇ, ਵਿਅਕਤੀ ਦੇ ਉੱਤੇ ਪ੍ਰਭਾਵ ਰਹਿੰਦਾ ਸੀਗਾ ਅਤੇ ਚਰਚ ਦੇ ਉੱਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਸੀਗੀ। ਸਰਕਾਰ ਜਿਹੜੀ ਸੀ ਉਹ ਚਰਚ ਨੂੰ ਕਿਸੇ ਵੀ ਤਰ੍ਹਾਂ ਕੰਟਰੋਲ ਨਹੀਂ ਸੀ ਕਰ ਸਕਦੀ। ਹੁਣ ਆਪਾਂ ਰੋਮਨ ਕੈਥੋਲਿਕ ਚਰਚ ਦੇ ਬਾਰੇ ਪੜ੍ਹਦੇ ਹਾਂ ਕਿ ਉਹ ਕੀ ਸੀ। ਉਹ ਇੱਕ ਸ਼ਕਤੀਸ਼ਾਲੀ ਸੰਸਥਾ ਸੀਗੀ ਜਿਸ ਦਾ ਲੋਕਾਂ ਦੇ ਜੀਵਨ ਉੱਤੇ ਗਹਿਰਾ ਪ੍ਰਭਾਵ ਸੀ। ਜਿਵੇਂ ਜਨਮ ਤੋਂ ਲੈ ਕੇ ਮੌਤ ਤੱਕ ਹਰੇਕ ਵਿਅਕਤੀ ਨੇ ਕਿਸੇ ਨੇ ਐਜੂਕੇਸ਼ਨ ਲੈਣੀ ਆ, ਵਿਆਹ ਕਰਵਾਉਣਾ, ਰੁਜ਼ਗਾਰ, ਬਿਮਾਰੀ, ਦਾਨ, ਮੁਕਤੀ ਲਈ ਚਰਚ ਦੇ ਉੱਤੇ ਹਰ ਬੰਦਾ ਇੰਨਾ ਡਿਪੈਂਡ ਸੀਗਾ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਜਦੋਂ ਧਰਮ ਨਿਰਪੇਖਤਾ ਦਾ ਯੁੱਗ ਆ, ਜਦੋਂ ਹਰ ਬੰਦੇ ਨੂੰ ਆਜ਼ਾਦੀ ਆ ਕਿ ਤੁਸੀਂ ਕੋਈ ਵੀ ਧਰਮ ਫੋਲੋ ਕਰ ਸਕਦੇ ਆ, ਤਾਂ ਉਸ ਵੇਲੇ ਅੱਜ ਦੇ ਸਮੇਂ ਵਿੱਚ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਆ ਕਿ ਚਰਚ ਦਾ ਲੋਕਾਂ ਦੇ ਉੱਤੇ ਕਿੰਨਾ ਪ੍ਰਭਾਵ ਹੁੰਦਾ ਸੀ। ਮੱਧਕਾਲ ਵਿੱਚ ਚਰਚ ਅਤੇ ਉਸ ਦੇ ਮੁਖੀ ਪੋਪ ਦੀ ਸ਼ਕਤੀ ਇੰਨੀ ਜ਼ਿਆਦਾ ਹੁੰਦੀ ਸੀ ਕਿ ਉਹਦੇ ਸਾਹਮਣੇ ਰਾਜੇ ਵੀ ਜਿਹੜੇ ਸੀ ਉਹਨਾਂ ਦੀ ਸ਼ਕਤੀ ਵੀ ਫਿੱਕੀ ਲੱਗਦੀ ਸੀਗੀ। ਹਰੇਕ ਰਾਜਾ ਅਤੇ ਉਸਦੇ ਰਾਜ ਅੰਦਰ ਰਹਿਣ ਵਾਲਾ ਹਰੇਕ ਵਿਅਕਤੀ ਚਰਚ ਦੇ ਅਧੀਨ ਹੁੰਦਾ ਸੀ। ਮਤਲਬ ਕਿ ਯੂਰਪ ਮਹਾਂਦੀਪ ਦੇ ਵਿੱਚ ਜੇਕਰ ਕੋਈ ਵੀ ਰਾਜਾ ਆ ਕਿਸੇ ਮੁਲਕ ਦਾ, ਜਾਂ ਉਹਦੇ ਅੰਡਰ ਰਹਿਣ ਵਾਲੇ ਜਿੰਨੇ ਵੀ ਉਹਦੀ ਪ੍ਰਜਾ ਹੁੰਦੀ ਸੀ, ਲੋਕ ਹੁੰਦੇ ਸੀਗੇ, ਉਹਨਾਂ ਦਾ ਸਾਰਾ ਜੀਵਨ ਜਿਹੜਾ ਸੀ ਉਹਨਾਂ ਨੂੰ ਚਰਚ ਦੇ ਅਕੋਰਡਿੰਗ ਹੀ ਬਿਤਾਉਣਾ ਪੈਂਦਾ ਸੀ। ਜਿਵੇਂ ਉਹਨਾਂ ਨੂੰ ਪਾਦਰੀ ਕਹਿੰਦੇ ਸੀ, ਜਿਵੇਂ ਪੋਪ ਕਹਿੰਦਾ ਸੀ, ਉਵੇਂ ਹੀ ਇਹਨਾਂ ਲੋਕਾਂ ਨੂੰ ਚਾਹੇ ਰਾਜੇ ਹੋਣ ਜਾਂ ਆਮ ਲੋਕ ਉਹਨਾਂ ਨੂੰ ਕਰਨਾ ਪੈਂਦਾ ਸੀ। ਹੁਣ ਆਪਾਂ ਪੜ੍ਹਦੇ ਹਾਂ ਕਿ ਚਰਚ ਦੇ ਵਿਸ਼ੇਸ਼ ਅਧਿਕਾਰ ਕਿਹੜੇ ਸੀ। ਕੀ ਕਾਰਨ ਸੀ ਕਿ ਚਰਚ ਇੰਨੀ ਪਾਵਰਫੁੱਲ ਸੀਗੀ। ਦੇਖੋ, ਚਰਚ ਦੀ ਆਪਣੀ ਸਰਕਾਰ ਹੁੰਦੀ ਸੀ, ਆਪਣੇ ਕਾਨੂੰਨ ਹੁੰਦੇ ਸੀ, ਇਹਨਾਂ ਦੀਆਂ ਆਪਣੀਆਂ ਅਦਾਲਤਾਂ ਹੁੰਦੀਆਂ ਸੀ। ਯੂਰਪ ਮਹਾਂਦੀਪ ਦੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਪਿੰਡਾਂ ਵਿੱਚ ਆਪਣੀ ਪੁਲਿਸ ਵੀ ਹੁੰਦੀ ਸੀ ਇਹਨਾਂ ਦੀ। ਸੈਕਿੰਡ ਹੈ, ਚਰਚ ਲੋਕਾਂ ਦੇ ਕੋਲੋਂ ਟੈਕਸ ਤਾਂ ਵਸੂਲ ਕਰਦੀ ਸੀਗੀ, ਜਿਸ ਕਰਕੇ ਕੋਈ ਵੀ ਵਿਅਕਤੀ ਜਿਹੜਾ ਸੀ ਉਹ ਟੈਕਸ ਤੋਂ ਮੁਕਤ ਨਹੀਂ ਸੀ। ਮਤਲਬ ਕਿ ਹਰ ਬੰਦੇ ਨੂੰ, ਚਾਹੇ ਉਹ ਨੀਵੇਂ ਤੋਂ ਨੀਵਾਂ ਉੱਪਰਲੇ ਵਰਗ ਤੱਕ, ਹਰੇਕ ਬੰਦੇ ਨੂੰ ਚਰਚ ਨੂੰ ਟੈਕਸ ਦੇਣਾ ਪੈਂਦਾ ਸੀ। ਸਰਕਾਰ ਦੇ ਜਾਂ ਰਾਜ ਦੇ ਕੋਈ ਵੀ ਕਾਨੂੰਨ ਹੁੰਦੇ ਸੀ ਜਾਂ ਕਿਸੇ ਰਾਜੇ ਦੇ ਕਾਨੂੰਨ ਹੁੰਦੇ ਸੀ, ਉਹ ਚਰਚ 'ਤੇ ਨਹੀਂ ਸੀ ਲਾਗੂ ਹੁੰਦੇ। ਚਰਚ ਦੇ ਜਿੰਨੇ ਅਧਿਕਾਰੀ ਹੁੰਦੇ ਸੀ ਉਹਨਾਂ 'ਤੇ ਕੋਈ ਕਾਨੂੰਨ ਸਰਕਾਰ ਦਾ ਲਾਗੂ ਨਹੀਂ ਸੀ ਹੁੰਦਾ। ਦੇਖੋ, ਸਰਕਾਰ ਦੀ ਕੰਟਰੋਲ ਤੋਂ ਵੀ ਮੁਕਤ ਸੀਗੀ ਚਰਚ, ਕਿਸੇ ਤੋਂ ਡਰਦੇ ਨਹੀਂ ਸੀ। ਜੇ ਰਾਜਾ ਜਾਂ ਕੋਈ ਹੋਰ ਵਿਅਕਤੀ, ਮੰਨ ਲਓ ਕਿਸੇ ਦੇਸ਼ ਦਾ ਕੋਈ ਰਾਜਾ ਆ ਜਾਂ ਕਿਸੇ ਵੀ ਮੁਲਕ ਦਾ ਕੋਈ ਵਿਅਕਤੀ ਆ, ਜੇ ਚਰਚ ਦੇ ਕਿਸੇ ਵੀ ਆਦੇਸ਼ ਦੀ ਉਲੰਘਣਾ ਕਰਦਾ ਸੀ ਤਾਂ ਉਹਦੇ ਲਈ ਉਹਨੂੰ ਕੀ ਸਜ਼ਾ ਦਿੱਤੀ ਜਾਂਦੀ ਸੀ। ਉਸ ਬੰਦੇ ਨੂੰ ਜਾਂ ਉਸ ਰਾਜੇ ਨੂੰ ਈਸਾਈ ਧਰਮ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਸੀ। ਜੇਕਰ ਕਿਸੇ ਰਾਜੇ ਨੂੰ, ਮੰਨ ਲਓ, ਜਾਂ ਆਮ ਬੰਦੇ ਨੂੰ ਈਸਾਈ ਧਰਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਫਿਰ ਵੀ ਉਹ ਚਰਚ ਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਨਹੀਂ ਕਰਦਾ,
ਤਾਂ ਪੋਪ ਨੂੰ ਇਹ ਪੂਰਾ ਅਧਿਕਾਰ ਹੁੰਦਾ ਸੀ ਕਿ ਉਹ ਉਸ ਰਾਜੇ ਨੂੰ ਗੱਦੀ ਤੋਂ ਵੀ ਉਤਾਰ ਸਕਦਾ ਸੀ ਜਾਂ ਫਿਰ ਉਸ ਰਾਜੇ ਦੇ ਵਿਰੁੱਧ ਧਰਮ ਯੁੱਧ ਦਾ ਐਲਾਨ ਵੀ ਕਰ ਦਿੰਦਾ ਸੀ ਪੋਪ। ਯੁੱਧ ਵਿੱਚ ਅਗਰ ਉਹ ਰਾਜਾ ਹਾਰ ਗਿਆ ਤਾਂ ਉਸ ਦੀ ਸਟੇਟ ਨੂੰ ਪੋਪ ਜਿਹੜਾ ਸੀ ਉਹ ਆਪਣੇ ਅਧਿਕਾਰ ਵਿੱਚ ਕਰ ਲੈਂਦਾ ਸੀ। ਫਿਰ ਉਸ ਰਾਜੇ ਨੂੰ ਪੋਪ ਦੀ ਅਧੀਨਤਾ ਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਹਨਾਂ ਅਧਿਕਾਰਾਂ ਤੋਂ ਇਲਾਵਾ ਪੋਪ ਆਪਣੇ ਆਪ ਨੂੰ ਈਸਾਈ ਧਰਮ ਦਾ ਮੁਖੀ ਹੋਣ ਦੇ ਨਾਲ ਨਾਲ ਉਹ ਲੋਕਾਂ ਦਾ ਰਾਜਨੀਤਿਕ ਨੇਤਾ ਵੀ ਸਮਝਦਾ ਸੀ ਆਪਣੇ ਆਪ ਨੂੰ। ਜਿਵੇਂ ਉਹ ਪੋਲੀਟਿਕਸ ਦੇ ਵਿੱਚ ਵੀ ਲੋਕਾਂ ਨੂੰ ਗਾਈਡ ਕਰਦਾ ਸੀ, ਵੱਖ-ਵੱਖ ਮੁਲਕਾਂ ਦੇ ਰਾਜਿਆਂ ਨੂੰ ਗਾਈਡ ਕਰਦਾ ਸੀ। ਸਪੈਸ਼ਲੀ ਜਿਹੜੇ ਯੂਰਪ ਮਹਾਂਦੀਪ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜੇ ਸੀਗੇ ਉਹਨਾਂ ਨੂੰ ਪੋਪ ਗਾਈਡ ਕਰਨ ਦਾ ਕੰਮ ਵੀ ਕਰਦਾ ਸੀ। ਇਸ ਕਰਕੇ ਕਈ ਰਾਜੇ ਜਿਹੜੇ ਸੀ ਉਹ ਪੋਪ ਦੀ ਇਸ ਤਰ੍ਹਾਂ ਦੀ ਨਾਲ ਦਖਲਅੰਦਾਜ਼ੀ ਤੋਂ ਬਹੁਤ ਜ਼ਿਆਦਾ ਤੰਗ ਆ ਗਏ ਸੀਗੇ, ਜਿਸ ਕਰਕੇ ਉਹ ਪੋਪ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਅਤੇ ਕਈ ਵਾਰੀ ਲੜਾਈ ਝਗੜੇ ਵਾਲੀ ਹਾਲਤ ਜਿਹੜੀ ਸੀ ਉਹ ਪੈਦਾ ਹੋ ਜਾਂਦੀ ਸੀਗੀ। ਹੁਣ ਕੀ ਕਾਰਨ ਹੋਇਆ, ਦੇਖੋ ਕਿੰਨੇ ਸਾਰੇ ਅਧਿਕਾਰ ਸੀਗੇ ਚਰਚ ਦੇ, ਆਪਾਂ ਪੜ੍ਹਿਆ ਹੁਣੇ ਤੱਕ ਤਾਂ ਤੁਹਾਨੂੰ ਸਾਰੀ ਗੱਲ ਸਪਸ਼ਟ ਹੋ ਗਈ ਹੋਣੀ ਆ ਕਿ ਧਰਮ ਸੁਧਾਰ ਅੰਦੋਲਨ ਜਿਹੜਾ ਸੀ ਉਹ ਕਿਉਂ ਚੱਲਿਆ। ਈਸਾਈ ਧਰਮ ਦੇ ਵਿਰੁੱਧ ਚੱਲਿਆ ਸੀਗਾ, ਸਪੈਸ਼ਲੀ ਜਿਹੜੀ ਰੋਮਨ ਕੈਥੋਲਿਕ ਚਰਚ ਸੀਗੀ ਉਹਦੇ ਵਿਰੁੱਧ ਚੱਲਿਆ। ਅਤੇ ਉਹਦੇ ਵਿਰੁੱਧ ਹੀ ਕਿਉਂ ਚੱਲਿਆ, ਕਿਉਂਕਿ ਉਸ ਰੋਮਨ ਕੈਥੋਲਿਕ ਚਰਚ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਸੀਗੀਆਂ। ਅਤੇ ਬੁਰਾਈਆਂ ਕਿਉਂ ਆ ਗਈਆਂ, ਜੋ ਨੈਚੁਰਲ ਗੱਲ ਆ ਕਿ ਜਦੋਂ ਬੰਦਾ ਪਾਵਰਫੁੱਲ ਜ਼ਿਆਦਾ ਹੋ ਜਾਂਦਾ ਆ ਤਾਂ ਉਸ ਵੇਲੇ ਉਹ ਆਪਣੀ ਪਾਵਰ ਦਾ ਗਲਤ ਯੂਜ਼ ਕਰਨਾ ਸ਼ੁਰੂ ਕਰ ਦਿੰਦਾ। ਸੇਮ ਇਸੇ ਤਰ੍ਹਾਂ ਚਰਚ ਦੇ ਜਿੰਨੇ ਵੀ ਅਧਿਕਾਰੀ ਸੀਗੇ ਜਾਂ ਚਰਚ ਦਾ ਮੁਖੀ ਜਿਹੜਾ ਹੁੰਦਾ ਸੀ ਪੋਪ, ਉਹਨਾਂ ਨੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਲੋਕ ਵੱਖ-ਵੱਖ ਮੁਲਕਾਂ ਦੇ ਰਾਜੇ ਜਿਹੜੇ ਸੀ ਉਹਨਾਂ ਦੇ ਵਿਰੁੱਧ ਹੋ ਗਏ। ਸੋ ਇਹੀ ਆਪਾਂ ਪੜ੍ਹਦੇ ਹਾਂ। ਹੁਣ ਹੌਲੀ ਹੌਲੀ ਸਮਾਂ ਆਇਆ, ਚਰਚ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ। ਪਹਿਲਾਂ ਤਾਂ ਲੋਕ ਜਿਹੜੇ ਸੀ ਉਹ ਚਰਚ ਦੇ ਹਰ ਇੱਕ ਰੂਲ ਨੂੰ ਫੋਲੋ ਕਰਦੇ ਰਹੇ, ਮੰਨਦੇ ਰਹੇ ਹਰੇਕ ਗੱਲ ਨੂੰ, ਕਿਉਂਕਿ ਲੋਕ ਪੜ੍ਹੇ ਲਿਖੇ ਨਹੀਂ ਸੀ, ਲੋਕਾਂ ਨੂੰ ਗਿਆਨ ਨਹੀਂ ਸੀਗਾ, ਲੋਕ ਕਿਸੇ ਵੀ ਗੱਲ ਨੂੰ ਤਰਕ ਦੀ ਕਸਵੱਟੀ 'ਤੇ ਪਰਖਦੇ ਨਹੀਂ ਸੀਗੇ। ਇਸ ਕਰਕੇ ਉਹਨਾਂ ਨੂੰ ਜੋ ਵੀ ਚਰਚ ਵੱਲੋਂ ਰੂਲਸ ਜਾਂ ਨਿਯਮ ਦਿੱਤੇ ਜਾਂਦੇ ਸੀ ਉਹਨਾਂ ਨੂੰ ਅੱਖਾਂ ਬੰਦ ਕਰਕੇ ਫੋਲੋ ਕਰੀ ਜਾਂਦੇ ਸੀਗੇ। ਲੇਕਿਨ ਸਮਾਂ ਆ ਗਿਆ ਕਿ ਹੌਲੀ ਹੌਲੀ ਚਰਚ ਜਿਹੜੇ ਸੀ ਉਹ ਪਾਪ ਦਾ ਕੇਂਦਰ ਬਣ ਗਏ। ਚਰਚ ਦਾ ਮੁਖੀ ਪੋਪ ਅਤੇ ਪਾਦਰੀ ਭੋਗ ਵਿਲਾਸ ਦਾ ਜੀਵਨ ਬਤੀਤ ਕਰਨ ਲੱਗ ਗਏ, ਦੁਰਾਚਾਰੀ ਹੋ ਗਏ। ਅਤੇ ਜਿਹੜਾ ਵੀ ਲੋਕਾਂ ਵੱਲੋਂ ਪੈਸਾ ਚੜ੍ਹਾਇਆ ਜਾਂਦਾ ਸੀ ਚਰਚ ਦੇ ਅੰਦਰ ਦਾਨ ਵਜੋਂ ਦਿੱਤਾ ਜਾਂਦਾ ਸੀ ਜਾਂ ਕਿਸੇ ਹੋਰ ਕੰਮ ਲਈ ਦਿੱਤਾ ਜਾਂਦਾ ਸੀ, ਜਿਹੜੇ ਪਾਦਰੀ ਸੀ ਜਾਂ ਪੋਪ ਸੀ ਉਹਨਾਂ ਨੇ ਉਸ ਪੈਸੇ ਦੀ ਗਲਤ ਵਰਤੋਂ ਕਰਨੀ ਸ਼ੁਰੂ ਕਰਤੀ, ਆਪਣੇ ਐਸ਼ੋ ਆਰਾਮ ਲਈ ਰਾਜੇ ਰਾਜਕੁਮਾਰਾਂ ਦੀ ਤਰ੍ਹਾਂ ਰਹਿਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਸਮਾਜ ਦੇ ਬੁੱਧੀਜੀਵੀ ਵਰਗ ਦੇ ਲੋਕ ਜਿਹੜੇ ਕਿ ਦਿਮਾਗ ਤੋਂ ਸੋਚਦੇ ਸੀ, ਉਹਨਾਂ ਨੇ ਇਹ ਸੋਚਿਆ ਕਿ ਇਹ ਲੋਕ ਕੀ ਕਰ ਰਹੇ ਆ, ਕਿ ਇਹਨਾਂ ਲੋਕਾਂ ਨੂੰ ਤਾਂ ਵਧੀਆ ਹੋਣਾ ਚਾਹੀਦਾ ਲੋਕਾਂ ਦੀ ਨਜ਼ਰਾਂ ਦੇ ਵਿੱਚ, ਪਰੰਤੂ ਇਹ ਲੋਕ ਗਲਤ ਕਰ ਰਹੇ ਆ। ਜਿਵੇਂ ਲੋਕਾਂ ਦੇ ਵਿੱਚ ਚੇਤਨਾ ਆਉਣੀ ਸ਼ੁਰੂ ਹੋ ਗਈ, ਹੌਲੀ ਹੌਲੀ ਆਮ ਜਨਤਾ ਨੇ ਵੀ ਪੋਪ ਦੇ ਇਸ ਅਨੁਚਿਤ ਪ੍ਰਭਾਵ ਦਾ ਵਿਰੋਧ ਕਰਨਾ ਸ਼ੁਰੂ ਕਰਤਾ। ਸਿੱਟੇ ਵਜੋਂ ਇਹ ਹੋਇਆ ਕਿ 16ਵੀਂ ਸਦੀ ਦੇ ਵਿੱਚ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਹੋ ਗਈ, ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਰਾਜਿਆਂ ਨੇ ਆਮ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਕੇ ਪੋਪ ਦੇ ਸਾਰੇ ਰਾਜਨੀਤਿਕ ਅਧਿਕਾਰਾਂ ਦਾ ਅੰਤ ਕਰ ਦਿੱਤਾ। ਹੁਣ ਆਪਾਂ ਅੱਗੇ ਕਰਦੇ ਹਾਂ, ਧਰਮ ਸੁਧਾਰ ਅੰਦੋਲਨ ਦਾ ਉਦੇਸ਼ ਕੀ ਸੀ, ਕਿਉਂ ਸ਼ੁਰੂ ਹੋਇਆ ਧਰਮ ਸੁਧਾਰ ਅੰਦੋਲਨ, ਕੀ ਕਾਰਨ ਸੀਗੇ ਇਹਦੇ ਸ਼ੁਰੂ ਹੋਣ ਦੇ। ਧਰਮ ਸੁਧਾਰ ਅੰਦੋਲਨ ਪੁਨਰ ਜਾਗਰਣ ਦੀ ਤਰ੍ਹਾਂ ਹੀ ਮੱਧਕਾਲੀਨ ਸੱਭਿਅਤਾ ਦੇ ਵਿਰੁੱਧ ਇੱਕ ਤਰ੍ਹਾਂ ਦੇ ਨਾਲ ਦੁਬਾਰਾ ਤੋਂ ਪ੍ਰਤੀਕਿਰਿਆ ਸੀ। ਮੱਧਕਾਲੀਨ ਸੱਭਿਅਤਾ ਦੇ ਵਿੱਚ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਪੜ੍ਹ ਕੇ ਹਟੇ ਹਾਂ ਕਿ ਚਰਚ ਦਾ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਸੀ, ਲੋਕ ਉਸ ਪ੍ਰਭਾਵ ਨੂੰ ਖਤਮ ਕਰਨ ਲਈ ਲੋਕਾਂ ਦਾ ਇਹ ਰਿਐਕਸ਼ਨ ਸੀ ਧਰਮ ਸੁਧਾਰ ਅੰਦੋਲਨ। ਇਹ ਨਿਰਸੰਦੇਹ ਪੋਪ ਦੀ ਧਾਰਮਿਕ ਨਿਰੰਕੁਸ਼ਤਾ, ਪਾਦਰੀਆਂ ਦੇ ਖਾਸ ਅਧਿਕਾਰਾਂ ਅਤੇ ਈਸਾਈ ਧਰਮ ਦੇ ਵਿੱਚ ਜਿੰਨੀਆਂ ਵੀ ਬੁਰਾਈਆਂ ਆ ਗਈਆਂ ਸੀ ਉਹਨਾਂ ਸਾਰਿਆਂ ਦੇ ਵਿਰੁੱਧ ਇੱਕ ਤਰ੍ਹਾਂ ਨਾਲ ਵਿਦਰੋਹ ਸੀ, ਕਿਉਂਕਿ ਲੋਕ ਚਾਹੁੰਦੇ ਸੀ ਕਿ ਇਹਨਾਂ ਦੇ ਖਾਸ ਅਧਿਕਾਰਾਂ ਨੂੰ ਖਤਮ ਕੀਤਾ ਜਾਵੇ, ਪੋਪ ਦੀ ਜਿਹੜੀ ਧਾਰਮਿਕ ਨਿਰੰਕੁਸ਼ਤਾ ਉਹਨੂੰ ਖਤਮ ਕੀਤਾ ਜਾਵੇ, ਹੈ ਨਾ, ਈਸਾਈ ਧਰਮ ਦੇ ਵਿੱਚ ਜਿੰਨੀਆਂ ਬੁਰਾਈਆਂ ਆ ਗਈਆਂ ਉਹਨਾਂ ਨੂੰ ਖਤਮ ਕੀਤਾ ਜਾਵੇ। ਇਸ ਅੰਦੋਲਨ ਨੇ ਇੱਕ ਪਾਸੇ ਪੋਪ ਅਤੇ ਪਾਦਰੀਆਂ ਦੇ ਵਿਸ਼ੇਸ਼ ਅਧਿਕਾਰਾਂ ਦੇ ਵਿਰੁੱਧ ਲੋਕਾਂ ਦੇ ਵਿਦਰੋਹ ਦਾ ਰੂਪ ਧਾਰਨ ਕੀਤਾ, ਦੂਜੇ ਪਾਸੇ ਇਸ ਨੇ ਦੇਖੋ ਇੱਕ ਤਾਂ ਇਹਨਾਂ ਅਧਿਕਾਰੀਆਂ ਦੇ ਵਿਰੁੱਧ ਵਿਦਰੋਹ ਕੀਤਾ ਲੋਕਾਂ ਨੇ, ਦੂਜੇ ਪਾਸੇ ਲੋਕ ਇਹ ਵੀ ਚਾਹੁੰਦੇ ਸੀ ਕਿ ਈਸਾਈ ਧਰਮ ਦੀ ਜਿਹੜੀ ਗਲਤ ਆਈਡੀਓਲੋਜੀ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਆ ਉਸ ਅੰਧ ਵਿਸ਼ਵਾਸ ਨੂੰ ਖਤਮ ਕਰਕੇ ਈਸਾਈ ਧਰਮ ਦੀਆਂ ਜਿਹੜੀਆਂ ਅਸਲੀ ਗੱਲਾਂ ਹਨ, ਅਸਲੀ ਫਿਲਾਸਫੀ ਹੈ, ਜੋ ਈਸਾਈ ਧਰਮ ਦੀ ਪੁਰਾਣੀ ਪਵਿੱਤਰਤਾ ਹੈ, ਮੌਲਿਕਤਾ ਹੈ, ਉਹ ਲੋਕਾਂ ਤੱਕ ਪਹੁੰਚਾਈ ਜਾਵੇ।
ਤੇ ਉਸ ਨੂੰ ਦੁਬਾਰਾ ਤੋਂ ਸਥਾਪਿਤ ਕੀਤਾ ਜਾਵੇ। ਸੋ ਧਰਮ ਸੁਧਾਰ ਅੰਦੋਲਨ ਦੇ ਮੁੱਖ ਉਦੇਸ਼ ਕੀ ਸੀਗੇ? ਪਹਿਲੇ ਨੰਬਰ 'ਤੇ ਪੋਪ ਦੀ ਧਾਰਮਿਕ ਨਿਰੰਕੁਸ਼ਤਾ ਅਤੇ ਉਸ ਦੇ ਅਸੀਮਿਤ ਅਧਿਕਾਰਾਂ ਦੇ ਉੱਤੇ ਰੋਕ ਲਗਾਉਣਾ। ਦੂਸਰਾ ਹੈ ਪਾਦਰੀਆਂ ਅਤੇ ਚਰਚ ਦੇ ਹੋਰ ਅਧਿਕਾਰੀਆਂ ਵਿੱਚ ਜਿੰਨੀ ਚਰਿੱਤਰਹੀਣਤਾ ਆ ਗਈ ਸੀ ਉਸ ਦੇ ਵਿਰੁੱਧ ਪ੍ਰਚਾਰ ਕਰਨਾ, ਉਹਨਾਂ ਨੂੰ ਹਰੇਕ ਨੈਤਿਕਤਾ ਅਤੇ ਅਧਿਆਤਮਿਕਤਾ ਦੇ ਰਸਤੇ 'ਤੇ ਦੁਬਾਰਾ ਵਾਪਸ ਲੈ ਕੇ ਆਉਣਾ। ਤੀਸਰਾ ਹੈ ਚਰਚ ਵਿੱਚ ਪ੍ਰਚਲਿਤ ਭ੍ਰਿਸ਼ਟਾਚਾਰ ਦਾ ਅੰਤ ਕਰਨਾ, ਕਿਉਂਕਿ ਚਰਚ ਦੇ ਬਹੁਤ ਸਾਰੇ ਅਧਿਕਾਰੀ ਜਿਹੜੇ ਸੀ ਨੀਚੇ ਤੋਂ ਲੈ ਕੇ ਉੱਪਰ ਤੱਕ ਪੋਪ ਤੱਕ ਜਿੰਨੇ ਅਧਿਕਾਰੀ ਸੀ ਸਾਰੇ ਭ੍ਰਿਸ਼ਟ ਹੋ ਗਏ ਸੀਗੇ ਅਤੇ ਲੋਕਾਂ ਦੇ ਪੈਸੇ ਦਾ ਗਲਤ ਯੂਜ਼ ਕਰ ਰਹੇ ਸੀਗੇ। ਇਹਨਾਂ ਨੂੰ ਸਹੀ ਰਸਤੇ 'ਤੇ ਲੈ ਕੇ ਆਉਣਾ ਅਤੇ ਲੋਕਾਂ ਦਾ ਚਰਚ ਵਿੱਚ ਦੁਬਾਰਾ ਤੋਂ ਵਿਸ਼ਵਾਸ ਕਾਇਮ ਕਰਨਾ। ਚੌਥਾ ਹੈ ਮੁਕਤੀ ਪ੍ਰਾਪਤ ਕਰਨ ਲਈ ਸਧਾਰਨ ਲੋਕਾਂ ਦੀ ਪੋਪ ਉੱਤੇ ਨਿਰਭਰਤਾ ਨੂੰ ਖਤਮ ਕਰਕੇ ਉਹਨਾਂ ਵਿੱਚ ਈਸ਼ਵਰ ਦੇ ਪ੍ਰਤੀ ਸੱਚੀ ਸ਼ਰਧਾ ਪੈਦਾ ਕਰਨਾ। ਸੋ ਇਸ ਦੇ ਨਾਲ ਮੇਰਾ ਖਿਆਲ ਆ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਧਰਮ ਸੁਧਾਰ ਅੰਦੋਲਨ ਕਿਹਨੂੰ ਕਹਿੰਦੇ ਆ, ਇਸ ਦਾ ਹਿਸਟੋਰੀਕਲ ਬੈਕਗਰਾਊਂਡ ਕਿ ਕਿਵੇਂ ਜਿਹੜਾ ਸੀ ਇਹਦਾ ਸ਼ੁਰੂ ਹੋਣ ਦਾ ਕਾਰਨ ਕੀ ਸੀਗਾ ਅਤੇ ਕਿਉਂ ਇਹ ਅੰਦੋਲਨ ਜਿਹੜਾ ਸੀ ਇਹ ਸ਼ੁਰੂ ਕੀਤਾ ਗਿਆ ਸੀ। ਅਕਸਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਜਿਹੜਾ ਆ ਜਾਂਦਾ ਹੁੰਦਾ ਉਹ ਧਰਮ ਸੁਧਾਰ ਅੰਦੋਲਨ ਤੋਂ ਤੁਸੀਂ ਕੀ ਸਮਝਦੇ ਹੋ, ਜਾਂ ਤਾਂ ਇਸ ਤਰ੍ਹਾਂ ਦੇ ਨਾਲ ਆਏਗਾ ਧਰਮ ਸੁਧਾਰ ਅੰਦੋਲਨ ਦੇ ਨਾਮ 'ਤੇ, ਜਾਂ ਫਿਰ ਧਰਮ ਸੁਧਾਰ ਅੰਦੋਲਨ ਨੂੰ ਇੱਕ ਦੂਸਰਾ ਨਾਮ ਵੀ ਦਿੱਤਾ ਜਾਂਦਾ, ਇਸ ਨੂੰ ਪ੍ਰੋਟੈਸਟੈਂਟ ਅੰਦੋਲਨ ਵੀ ਕਿਹਾ ਜਾਂਦਾ। ਅੱਗੇ ਵਾਲੇ ਕੁਐਸਚਨ ਜਿਹੜੇ ਇਸ ਟੌਪਿਕ ਦੇ ਨਾਲ ਰਿਲੇਟਡ ਹੋਣਗੇ ਉਹਦੇ ਵਿੱਚ ਆਪਾਂ ਧਰਮ ਸੁਧਾਰ ਅੰਦੋਲਨ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਕਿਹੜੇ-ਕਿਹੜੇ ਨਾਮ ਦਿੱਤੇ ਗਏ ਸੀ ਉਹਨਾਂ ਬਾਰੇ ਵੀ ਡਿਟੇਲ ਦੇ ਵਿੱਚ ਪੜ੍ਹਾਂਗੇ। ਸੋ ਅੱਜ ਲਈ ਇੰਨਾ ਹੀ ਲੈਕਚਰ ਸੀ। ਥੈਂਕ ਯੂ।